कूच करो। ਲੋਕਾਂ ਵਿੱਚ ਬਹੁਤ ਚਾਅ ਹੈ ਜਿੱਦਾਂ ਕਿ ਇੱਕ ਕਿਸਮ ਦਾ ਲੋਕਾਂ ਤੇ ਹੈ ਤਾਂ ਦੁੱਖਾਂ ਮਨ ਵਿੱਚ ਬਹੁਤ ਜੋ ਮੋਦੀ ਨੇ ਕਾਨੂੰਨ ਬਣਾਏ ਕਾਲੇ ਪਰ ਮੋਦੀ ਨੂੰ ਹਿਲਾਉਣ ਵਾਸਤੇ ਚਾਅ ਵੀ ਆ ਵੀ ਮੋਦੀ ਨੂੰ ਅਸੀਂ ਹਿਲਾ ਕੇ ਸਿੱਟਣਾ ਹੈ ਚਾਹੇ ਜਿੰਨੇ ਮਰਜ਼ੀ ਬਾਈਗੇਟ ਲਾ ਲਵੇਂ ਆਹੀ ਵੇਲਾ ਏ ਕਿ ਹੁਣ ਰੱਜ ਕੇ ਕੁੱਟ ਲਈਏ ਮੋਦੀ ਨੂੰ ਰੱਜ ਕੇ ਸੁੱਟ ਲਈਏ। ਬਾਰਡਰ ਤਾਂ ਸੀਲ ਕੀਤੇ ਜਾ ਰਹੇ ਜਿਹੜੇ ਹੈਗੇ ਸ਼ੰਭੂ ਬਾਰਡਰ ਆ ਅੱਗੇ ਦਿੱਲੀ ਦਾ ਸ਼ਾਮਲੀ ਬਾਰਡਰ ਸੀਲ ਕੀਤੇ ਜਾ ਰਿਹਾ ਪਾਣੀ ਜਿਹੜੇ ਸਿੱਟਣ ਵਾਸਤੇ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤਿਆਰ ਖੜੀਆਂ ਕਿਵੇਂ ਪਹੁੰਚੋਗੇ ਅੱਗੇ ਕਿ ਜਿਹੜੇ ਬੰਦੇ ਲਾਉਂਦੇ ਆ ਬੰਦੇ ਹੀ ਤੋੜਦੇ ਹੁੰਦੇ ਆ ਕਿਆ ਗੱਲ ਆ ਫਿਰ ਧਰਨੇ ਤੋੜਨੇ ਵੀ ਕੋਈ ਔਖੇ ਨਹੀਂ ਹੈਗੇ ਪਬਲਿਕ ਦੇ ਮੂਹਰੇ ਕੋਈ ਬੜੀ ਗੱਲ ਨਹੀਂ ਹੈਗੀ ਪਰ ਜੇ ਸਾਨੂੰ ਰੋਕਣੇ ਦੀ ਕੋਸ਼ਿਸ਼ ਕਰੂੰਗੇ ਤਾਂ ਇਹ ਕੰਮ ਨਾ ਹੋਵੇ ਕਿਤੇ ਕਿ ਸਾਨੂੰ ਉਹ ਜਿਹੜੇ ਲਾਏ ਆ ਉਹ ਸਾਨੂੰ ਪੱਟਣੇ ਹੀ ਨਾ ਪੈ ਜਾਣ ਕਿਤੇ। ਗੁਰੂ ਗੋਬਿੰਦ ਸਿੰਘ ਜੀ ਹੋਰੀ ਬਾਰੇ ਕਿਹਾ ਸੀਗਾ ਕਹਿੰਦਾ ਇੱਕ ਮੁੱਠ ਛੋਲਿਆਂ ਦੀ ਖਾ ਕੇ ਘੂਰ ਦੇਖੇ ਖਾਲਸਾ ਮੌਤ ਵੱਲ ਦੇਖੇ ਮੇਰਾ ਖਾਲਸਾ। ਇਸ ਤਰ੍ਹਾਂ ਦੇ ਨਾਲ ਅਸੀਂ ਜਿਹੜੀ ਹੈ ਨੰਗੇ ਧੜ ਜਿੱਦਾਂ ਕਹਿੰਦੇ ਹੁੰਦੇ ਇਹ ਲੜਾਈ ਲੜਾਂਗੇ ਔਰ ਧੁਰ ਤੱਕ ਲੈ ਕੇ ਜਾਵਾਂਗੇ ਸਰਤੋੜ ਚ ਲੜਾਂਗੇ ਔਰ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਚੱਲ ਰਿਹਾ ਸੰਘਰਸ਼ ਹੁਣ ਲਗਾਤਾਰ ਲੰਬਾ ਹੁੰਦਾ ਜਾ ਰਿਹਾ ਤੇ 26-27 ਨੂੰ ਜੋ ਦਿੱਲੀ ਤੇ ਹੱਲਾ ਬੋਲਣ ਦੀ ਤਿਆਰੀ ਇਸ ਨੂੰ ਲੈ ਕੇ ਅੱਜ ਰੂਪਨਗਰ ਵਿਖੇ ਮੀਟਿੰਗ ਕੀਤੀ ਗਈ ਹੈ ਕਿਸਾਨਾਂ ਵੱਲੋਂ ਵੱਡੇ ਤੌਰ ਤੇ ਤਿਆਰੀਆਂ ਨੂੰ ਲੈ ਕੇ ਕਿਸ ਤਰ੍ਹਾਂ ਦਿੱਲੀ ਪਹੁੰਚਣਾ ਹੈ ਕੀ ਕੁਝ ਤਿਆਰੀਆਂ ਨੇ ਗੱਲ ਕਰਦੇ ਇੱਥੇ ਕਿਸਾਨ ਜਿਹੜੇ ਪਹੁੰਚੇ ਨੇ ਅਲੱਗ-ਅਲੱਗ। ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਹੈ ਤੁਹਾਡਾ? ਮੇਜਰ ਸਿੰਘ ਮਾਂਗੜ ਪ੍ਰਧਾਨ ਜ਼ਿਲ੍ਹਾ ਆੜਤੀ ਐਸੋਸੀਏਸ਼ਨ ਰੂਪਨਗਰ। ਅੱਜ ਦੀ ਜਿਹੜੀ ਮੀਟਿੰਗ ਦਾ ਕੀ ਏਜੰਡਾ ਸੀ? ਅੱਜ ਦਾ ਏਜੰਡਾ ਜਿਹੜਾ 25 26 ਤੇ 27 ਤਰੀਕ ਦਾ ਦਿੱਲੀ ਦਾ ਘਰਾਓ ਕਰਨ ਜਾਣਾ ਹੈ ਉਹਦੇ ਸਬੰਧ ਦੇ ਵਿੱਚ ਏਜੰਡਾ ਸੀ। ਅੱਜ ਦੀ ਜਿਹੜੀ ਮੀਟਿੰਗ ਹੈ ਇਹ ਬਹੁਤ ਭਰਵੀਂ ਮੀਟਿੰਗ ਹੋਈ ਹੈ ਸਾਰੇ ਬਲਾਕਾਂ ਚੋਂ ਸਾਰੇ ਨਗਰਾਂ ਚੋਂ ਜਿਹੜੇ ਅਹੁਦੇਦਾਰ ਆ ਉਹ ਪਹੁੰਚੇ ਹੋਏ ਸੀ ਤੇ ਉਹਦੇ ਸਬੰਧ ਵਿੱਚ ਅਸੀਂ 25 ਤਰੀਕ ਨੂੰ ਇੱਥੋਂ ਚਾਲੇ ਪਾਵਾਂਗੇ ਤੇ ਫਤਿਹਗੜ੍ਹ ਸਾਹਿਬ ਰਾਤ ਰਹਾਂਗੇ ਤੇ ਉਸ ਤੋਂ ਬਾਅਦ ਜਿਹੜਾ ਬਾਕੀ ਪੰਜਾਬ ਦੀਆਂ ਜਥੇਬੰਦੀਆਂ ਨੇ ਉਹ ਵੀ ਜਿਹਦੇ ਵਿੱਚ ਪੂਰਾ ਮਾਝਾ ਆਉਂਦਾ ਤੇ ਦੁਆਬਾ ਆਉਂਦਾ ਤੇ ਅੱਜ ਸਾਡੇ ਜ਼ਿਲ੍ਹੇ ਆਉਂਦੇ ਨੇ ਚਮਕਾ ਆਪਣਾ ਰੋਪੜ ਮੋਹਾਲੀ ਤੇ ਫਤਿਹਗੜ੍ਹ ਸਾਹਿਬ। ਅਸੀਂ ਸਾਰੇ ਫਤਿਹਗੜ੍ਹ ਸਾਹਿਬ ਇਕੱਠੇ ਹੋਵਾਂਗੇ ਤੇ ਉੱਥੇ ਰਾਤ ਰਹਿ ਕੇ ਦੂਜੇ ਦਿਨ ਪੰਜਾਬ ਦੀਆਂ ਜਿਹੜੇ ਅਹੁਦੇਦਾਰ ਆ ਉਹ ਉੱਥੇ ਪਹੁੰਚਣਗੇ ਉਹਨਾਂ ਦੇ ਨਾਲ ਅਸੀਂ ਮਾਰਚ ਸ਼ੁਰੂ ਕਰਾਂਗੇ ਤਾਂ ਕਿ ਅਸੀਂ ਜੀਟੀ ਰੋਡ ਦੇ ਰਾਹੀਂ ਸ਼ੰਭੂ ਬੈਰੀਅਰ ਤੇ ਸਹੀ 11 ਵਜੇ ਤੋਂ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਕੀ ਨਾਮ ਸਰ ਤੁਹਾਡਾ? ਰੁਪਿੰਦਰ ਸਿੰਘ ਰੂਪਾ। ਕਿੰਨੇ ਕੁ ਲੋਕ ਜਾ ਰਹੇ ਇੱਥੋਂ ਜਿਹੜੇ ਹੈਗੇ ਆ ਰੋਪੜ ਜ਼ਿਲ੍ਹੇ ਤੋਂ ਕਿੰਨੇ ਕੁ ਜਿਹੜੇ ਕਿੱਦਾਂ ਦੀ ਤਿਆਰੀ ਹੈ? ਦੇਖੋ ਲੋਕਾਂ ਵਿੱਚ ਬਹੁਤ ਚਾਅ ਹੈ ਜਿੱਦਾਂ ਕਿ ਇੱਕ ਕਿਸਮ ਦਾ ਲੋਕਾਂ ਤੇ ਹੈ ਤਾਂ ਦੁੱਖਾਂ ਮਨ ਵਿੱਚ ਬਹੁਤ ਜੋ ਮੋਦੀ ਨੇ ਕਾਨੂੰਨ ਬਣਾਏ ਕਾਲੇ ਪਰ ਮੋਦੀ ਨੂੰ ਹਿਲਾਉਣ ਵਾਸਤੇ ਚਾਅ ਵੀ ਆ ਵੀ ਮੋਦੀ ਨੂੰ ਅਸੀਂ ਹਿਲਾ ਕੇ ਸਿੱਟਣਾ ਹੈ ਚਾਹੇ ਜਿੰਨੇ ਮਰਜ਼ੀ ਬਾਈਗੇਟ ਲਾ ਲਵੇਂ ਜਿੰਨੇ ਮਰਜ਼ੀ ਦਰਵਾਜ਼ੇ ਲਾ ਲਵੇਂ। ਇਸ ਕਰਕੇ ਹਜ਼ਾਰਾਂ ਦੀ ਤਾਦਾਦ ਵਿੱਚ ਟਰੈਲੀਆਂ ਨੇ ਜਾਣਾ ਹੈ ਅਣਗਿਣਤ ਬੰਦਿਆਂ ਨੇ ਜਾਣਾ ਕੋਈ ਗਿਣਤੀ ਨਹੀਂ ਹੋਣੀ ਹੈਗੀ ਸ਼ੰਭੂ ਦੇ ਬੈਰੀਅਲ ਤੇ ਆਲੇ ਦੁਆਲੇ ਤੋਂ ਜਾ ਕੇ ਅਸੀਂ ਫਤਿਹਗੜ੍ਹ ਸਾਹਿਬ ਇਕੱਠੇ ਹੋਣਾ ਹੈ। 25 ਤਰੀਕ ਨੂੰ ਜਿੱਕਣਾ ਸਾਡੇ ਨੁਮਾਇੰਦਿਆਂ ਨੇ ਦੱਸਿਆ ਹੀ ਆ ਪਹਿਲਾਂ 25 ਤਰੀਕ ਨੂੰ ਅਸੀਂ ਉਰੇ ਤੇ ਚਾਲੇ ਪਾਉਣੇ ਆ ਜਾ ਕੇ ਅਸੀਂ ਫਤਿਹਗੜ੍ਹ ਸਾਹਿਬ ਰਾਤ ਗੁਜ਼ਾਰਨੀ ਆ। ਉਹਦੇ ਬਾਅਦ ਅਗਲੇ ਦਿਨ ਜਦ ਸਾਰਿਆਂ ਦਾ ਹੀ ਆਰਡਰ ਹੋ ਗਿਆ ਸਾਡੇ ਆਗੂਆਂ ਦਾ ਅਸੀਂ ਉੱਥੋਂ ਸ਼ੰਭੂ ਬੈਰੀਅਲ ਨੂੰ ਤੁਰ ਪੈਣਾ 12 ਵਜੇ ਉੱਥੇ ਟਾਈਮ ਆ ਪਹੁੰਚਣ ਦਾ ਬਾਅਦ ਚੜ੍ਹ ਕੇ ਹਿੱਸਾ ਲੈਣਾ ਹੈ ਤੁਹਾਡੇ ਜਿਹੜੇ ਇਹਦੇ ਦੱਸਣਾ ਵੀ ਚਾਹੁੰਦੇ ਆ ਸੰਗਤਾਂ ਨੂੰ ਵੀ ਆਹੀ ਵੇਲਾ ਏ ਕਿ ਹੁਣ ਰੱਜ ਕੇ ਕੁੱਟ ਲਈਏ ਮੋਦੀ ਨੂੰ ਰੱਜ ਕੇ ਸੁੱਟ ਲਈਏ। ਹੁਣ ਆਹੀ ਟਾਈਮ ਆ ਅਖੀਰਲਾ ਟਾਈਮ ਆ ਫਿਰ ਦੁਬਾਰਾ ਲੜਾਈਆਂ ਲੰਬੀਆਂ ਹੋ ਜਾਂਦੀਆਂ ਹੁਣ ਇਹ ਲੜਾਈ ਸਵਾਰ ਕੇ ਲੜੀ ਜਾਣੀ ਆ ਨਾਲ ਰਾਸ਼ਨ ਨਾਲ ਲੱਕੜੀਆਂ ਡੰਡੇ ਸਭ ਕੁਝ ਲੈ ਕੇ ਜਾ ਰਹੇ ਆ ਕਿ ਡੰਡੇ ਪਾਣੀ ਗਰਮ ਕਰਨੇ ਨੂੰ ਵੀ ਲੋੜ ਪੈਂਦੀ ਆ ਸਾਰਾ ਕੁਝ ਕਰਨੇ ਨੂੰ ਪੈਂਦੀ ਆ ਸਾਰੀਆਂ ਤਿਆਰੀਆਂ ਕਰਕੇ ਲਿਜਾਣੀਆਂ ਟਰੈਲੀਆਂ ਟੈਂਕਰ ਸਭ ਕੁਝ ਜਾਣਾ। ਬਾਰਡਰ ਤਾਂ ਸੀਲ ਕੀਤੇ ਜਾ ਰਹੇ ਜਿਹੜੇ ਹੈਗੇ ਸ਼ੰਭੂ ਬਾਰਡਰ ਆ ਅੱਗੇ ਦਿੱਲੀ ਦਾ ਸ਼ਾਮਲੀ ਬਾਰਡਰ ਸੀਲ ਕੀਤੇ ਜਾ ਰਿਹਾ ਪਾਣੀ ਜਿਹੜੇ ਸਿੱਟਣ ਵਾਸਤੇ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤਿਆਰ ਖੜੀਆਂ ਕਿਵੇਂ ਪਹੁੰਚੋਗੇ ਅੱਗੇ? ਸਾਨੂੰ ਤਾਂ ਵੈਸੇ ਹੁਕਮ ਹੈ ਵੀ ਜਿੱਥੇ ਵੀ ਹੋਇਆ ਉੱਥੇ ਧਰਨਾ ਲਾ ਦੇਣਾ ਪੱਕਾ ਹੀ ਉੱਧਰ ਤੇ ਦੂਜੀ ਪਾਰਟੀਆਂ ਨਾਲ ਲਾ ਦੇਣਾ ਹੈ ਪਰ ਧਰਨੇ ਬੰਦੇ ਹੀ ਲਾਉਂਦੇ ਹੁੰਦੇ ਆ ਬੰਦੇ ਹੀ ਤੋੜਦੇ ਹੁੰਦੇ ਆ ਇਹ ਕੋਈ ਗੱਲ ਨਹੀਂ ਹੈਗੀ ਜਿਹੜੇ ਬੰਦੇ ਲਾਉਂਦੇ ਆ ਬੰਦੇ ਹੀ ਤੋੜਦੇ ਹੁੰਦੇ ਆ ਕਿਆ ਗੱਲ ਆ ਫਿਰ ਧਰਨੇ ਤੋੜਨੇ ਵੀ ਕੋਈ ਔਖੇ ਨਹੀਂ ਹੈਗੇ ਪਬਲਿਕ ਦੇ ਮੂਹਰੇ ਕੋਈ ਬੜੀ ਗੱਲ ਨਹੀਂ ਹੈਗੀ ਬੈਰੀਗੇਡ ਤੋੜਨੇ ਔਖੇ ਨਹੀਂ ਹੈਗੇ ਫਿਰ ਅਸੀਂ ਆਪਣਾ ਤੋੜ ਕੇ ਬੈਰੀਗੇਟਾਂ ਨੂੰ ਗਾਹਾਂ ਲੰਘ ਜਾਵਾਂਗੇ ਕੋਈ ਪਰਵਾਹ ਨਹੀਂ ਹੈਗੀ। ਧਰਨੇ ਵਿੱਚ ਬਹੁਤ ਇਕੱਠ ਹੋਣਾ ਹੈ ਬਹੁਤ ਜੋਸ਼ ਹੋਣਾ ਹੈ ਪਰ ਹੋਸ਼ ਨਾਲ ਕੰਮ ਰਹਿਣਾ ਸਾਡੇ ਨਾਲ ਸਿਆਣੇ ਲੀਡਰਾਂ ਨਾਲ ਇਹਨਾਂ ਨੇ
ਜਿਹੜੇ ਨੌਜਵਾਨ ਹੈ ਉਹਨਾਂ ਨੂੰ ਸਮਝਾ ਕੇ ਰੱਖਣਾ ਹੈ ਤਾਂ ਕਿ ਜਿਹੜਾ ਮਾਹੌਲ ਹੈ ਇੰਨੇ ਦਿਨ ਦਾ ਚੱਲ ਰਿਹਾ ਉਹ ਬਹੁਤ ਸ਼ਾਂਤ ਤਰੀਕੇ ਨਾਲ ਚੱਲ ਰਿਹਾ ਹੈ। ਪਰ ਜੇ ਸਾਨੂੰ ਰੋਕਣੇ ਦੀ ਕੋਸ਼ਿਸ਼ ਕਰੂੰਗੇ ਤਾਂ ਇਹ ਕੰਮ ਨਾ ਹੋਵੇ ਕਿਤੇ ਕਿ ਸਾਨੂੰ ਉਹ ਜਿਹੜੇ ਲਾਏ ਆ ਉਹ ਸਾਨੂੰ ਪੱਟਣੇ ਹੀ ਨਾ ਪੈ ਜਾਣ ਕਿਤੇ ਦਿੱਲੀ ਜਾਣ ਵਾਸਤੇ। ਦਿੱਲੀ ਕਿੰਨਾ ਕੁ ਲੰਬਾ ਚੱਲਣਾ, ਕਦੋਂ ਕੀ ਜਿਹੜਾ ਕਦੋਂ ਵਾਪਸੀ ਹੋਣੀ, ਕਿੰਨਾ ਕੁ ਲੰਬਾ? ਇਹ ਤਾਂ ਕੋਈ ਪਤਾ ਨਹੀਂ ਹੈਗਾ ਵੀ ਕਦ ਵਾਪਸ ਹੋਣਾ ਹੈ। ਇਹ ਤਾਂ ਪ੍ਰਮਾਤਮਾ ਦੇ ਹੱਥ ਵਿੱਚ ਹੈ ਵੀ ਕਦ ਵਾਪਸੀ ਹੋਣੀ ਆ। ਇਹ ਕੋਈ ਪਤਾ ਨਹੀਂ ਹੈਗਾ ਵੀ ਕਦ ਵਾਪਸੀ ਹੋਣੀ ਆ। ਇਹ ਤਾਂ ਉਹੀ ਜਾਊਗਾ ਜਿਹੜਾ ਮਤਲਬ ਤਲੀ ਤੇ ਸਿਰ ਧਰ ਕੇ ਜਾਣਾ ਜਿਹਨੇ ਉਹਨਾਂ ਨੇ ਹੀ ਜਾਣਾ ਹੈ। ਬਾਕੀ ਜਿਨ੍ਹਾਂ ਨੇ ਲੁੱਕ ਕੇ ਮੁੜਨਾ ਹੈ ਉਹ ਤਾਂ ਲੱਗੇ ਗੱਲ ਹੈ। ਅਸੀਂ ਤਾਂ ਅਣਗਿਣਤ ਸਮੇਂ ਖਾਤਰ ਜਾਣਾ ਚਾਹੇ ਜਿੰਨਾ ਮਰਜ਼ੀ ਟਾਈਮ ਲੱਗ ਜਾਵੇ। ਹਾਂਜੀ ਪ੍ਰਧਾਨ ਜੀ, ਤੁਸੀਂ ਕਹਿੰਦੇ ਇੱਕ ਤੋਂ ਪੁੱਛਿਆ, ਤੁਸੀਂ ਦੱਸ ਦਿਓ, ਜਰਾ ਖੁੱਲ੍ਹ ਕੇ ਦੱਸ ਦਿਓ ਕੀ ਤਿਆਰੀ ਹੈ। ਜਿਵੇਂ ਮੇਰੇ ਪਹਿਲਾਂ ਸਾਥੀਆਂ ਨੇ ਦੱਸਿਆ, ਅੱਜ ਅਸੀਂ ਮੀਟਿੰਗ ਕੀਤੀ ਹੈ ਜਿਹੜੀ 26 27 ਦਾ ਦਿੱਲੀ ਦਾ ਘਰਾਓ ਕਰਨ ਜਾ ਰਹੇ ਹਾਂ। ਦੱਸਤਾ ਜਿਹੜਾ ਅਗਲਾ ਕੀ ਰਣਨੀਤੀ ਹੈਗੀ ਉਹ ਪ੍ਰੋਪਰ ਜਿਹੜੀ ਜੇ ਅੱਗੇ ਨਹੀਂ ਜਾਣ ਦਿੰਦੇ, ਨਹੀਂ ਉਹ ਟਾਈਮ ਆਪਣਾ ਜਿਹੜਾ ਜੇ ਅੱਗੇ ਨਹੀਂ ਜਾਣ ਦਿੰਦੇ ਅੱਗੇ ਕੀ ਰਣਨੀਤੀ? ਮੈਂ ਸਾਰਾ ਕੁਝ ਦੱਸੂਗਾ ਨਾ। ਤੇ ਦੱਸ ਚੁੱਕੇ ਆ, ਇੱਕੋ ਗੱਲ ਆਪਾਂ ਬਾਰ-ਬਾਰ ਰਿਪੀਟ ਨਾ ਕਰੀਏ, ਅਗਲਾ ਦੱਸੋ ਅਗਲੀ। ਚਲੋ ਪ੍ਰੋਗਰਾਮ ਇਹ ਹੈਗਾ ਆ ਵੀ ਅਸੀਂ ਨਾਰਾ ਹੈ ਸਾਡੀਆਂ ਜਥੇਬੰਦੀਆਂ ਦਾ, ਡੇਰਾ ਡਾਲੋ ਘੇਰਾ ਡਾਲੋ। ਅਸੀਂ ਦਿੱਲੀ ਦੇ ਨਾਲ ਘੇਰਾ ਡਾਲਣਾ ਆ। ਅਸੀਂ ਮਨਜ਼ੂਰੀ ਦੀ ਮੰਗ ਕੀਤੀ ਸੀ ਸਰਕਾਰ ਤੋਂ ਕਿ ਸਾਨੂੰ ਦਿੱਲੀ ਦੇ ਵਿੱਚ ਦਾਖਲ ਹੋਣ ਦਿੱਤਾ ਜਾਵੇ, ਪਰ ਮਨਜ਼ੂਰੀ ਉਹਨੇ ਨਹੀਂ ਦਿੱਤੀ। ਅਸੀਂ ਕੂਚ ਕਰਾਂਗੇ ਦਿੱਲੀ ਵੱਲ ਨੂੰ, ਸਾਰੇ ਹਿੰਦੁਸਤਾਨ ਪੱਧਰ ਤੇ ਕਰਾਂਗੇ, 22 ਸੂਬਿਆਂ 'ਚੋਂ ਕਰਾਂਗੇ। ਜਿੱਥੇ ਸਾਨੂੰ ਡੱਕ ਲਿਆ ਉੱਥੇ ਅਸੀਂ ਰੁਕਾਂਗੇ, ਪੁਰਅਮਨ ਢੰਗ ਦੇ ਨਾਲ ਪੱਕਾ ਮੋਰਚਾ ਲਾਵਾਂਗੇ। ਉਦੋਂ ਬਕਾਇਦਾ ਤੌਰ ਤੇ ਮੁੜੋਂਗੇ ਜਦੋਂ ਆਪਾਂ ਸਾਰੇ ਅਸੀਂ ਕੁਛ ਜਿਹੜਾ ਹੈ ਪ੍ਰਾਪਤ ਕਰ ਲਵਾਂਗੇ। ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਲਗਭਗ 3 ਮਹੀਨੇ ਦੇ ਲੜ ਰਹੇ ਹਾਂ ਤੇ ਇਹ ਜਿਹੜਾ ਸਾਡੀ ਲੜਾਈ ਹੈਗੀ ਹੈ, ਅਸੀਂ ਚਾਹੁੰਦੇ ਤੇ ਟਾਲਦੀ ਹੈ ਦਿੱਲੀ ਜਾਣ ਦੀ ਲੜਾਈ, ਪਰ ਸਾਨੂੰ ਮਜਬੂਰ ਕੀਤਾ ਸਰਕਾਰ ਨੇ। ਇੰਨੀ ਦੇਰ ਦੀ ਸਾਡੀਆਂ ਮੰਗਾਂ ਨੂੰ ਨਹੀਂ ਮੰਨ ਰਹੀ, ਉਹ ਆਪਣੀਆਂ ਸ਼ਰਤਾਂ ਲਾ ਰਹੀ ਹੈ। ਪੈਸੇਂਜਰ ਗੱਡੀਆਂ ਨੂੰ ਚਲਾਓ, ਇੱਦਾਂ ਕਰੋ ਉੱਦਾਂ ਕਰੋ, ਪੰਜਾਬ ਦੀ ਨਾਕਾਬੰਦੀ ਕਰ ਰਹੀ ਹੈ ਆਰਥਿਕ ਤੌਰ ਤੇ ਵੀ ਤੇ ਹੋਰ ਗੱਲਾਂ ਤੇ ਵੀ। ਇਸ ਕਰਕੇ ਅਸੀਂ ਬਕਾਇਦਾ ਤੌਰ ਤੇ ਸਾਡੇ ਨਾਲ ਰਲਿਆ ਸਾਰਾ ਹਿੰਦੁਸਤਾਨ ਦਾ ਕਿਸਾਨ ਔਰ ਕਿਸਾਨਾਂ ਨੇ ਰਲ ਕੇ ਬਕਾਇਦਾ ਤੌਰ ਤੇ ਤੈਅ ਕੀਤਾ ਹੈ ਹਿੰਦੁਸਤਾਨ ਪੱਧਰ ਤੇ ਕਿ ਦਿੱਲੀ ਅਸੀਂ ਘੇਰਨੀ ਹੈ। ਦਿੱਲੀ ਦੇ ਲੋਕਾਂ ਨਾਲ ਸਾਡਾ ਕੋਈ ਵਿਰੋਧ ਨਹੀਂ, ਦਿੱਲੀ ਦੇ ਲੋਕ ਸਾਡੇ ਭਾਈ ਗਏ। ਅਸੀਂ ਜਿਹੜਾ ਹੈ ਬਕਾਇਦਾ ਤੌਰ ਤੇ ਦਿੱਲੀ ਜਾ ਕੇ ਜਿੱਥਾ ਸਾਨੂੰ ਡੱਕਣਗੇ ਉੱਥਾ ਡੱਕ ਹੋਵਾਂਗੇ। ਔਰ ਜਿੰਨੀ ਦੇਰ ਤੱਕ ਚੱਲੇਗਾ ਇਹ ਜਿਹੜਾ ਮੋਰਚਾ ਉਨੀ ਦੇਰ ਤੱਕ ਲਗਾਤਾਰ ਸਪਲਾਈ ਜਿਹੜੀ ਸਾਡੇ ਬੰਦਿਆਂ ਦੀ ਵੀ, ਜੇ ਕਿਸੇ ਦੀ ਮਜਬੂਰੀ ਹੋਵੇ ਵਾਪਸ ਆਉਣਾ ਉਹਨੂੰ ਵੀ ਲਿਆਵਾਂਗੇ, ਉਹਦੇ ਥਾਂ ਤੇ 2 ਹੋਰ ਭੇਜਿਆ ਕਰਾਂਗੇ ਜੇ ਇੱਕ ਆਉਂਦਾ। ਇਸ ਤਰ੍ਹਾਂ ਦੇ ਨਾਲ ਲਗਾਤਾਰ ਸਾਡਾ ਇਹ ਸੰਘਰਸ਼ ਜਾਰੀ ਰਹੇਗਾ। ਰਾਸ਼ਨ ਪਾਣੀ ਬਣਾਉਣ ਦਾ ਕੀ ਇੰਤਜ਼ਾਮ ਆ, ਕਿਉਂਕਿ ਐਡੇ ਵੱਡਾ ਇਕੱਠ ਹੋਣਾ, ਰਾਸ਼ਨ ਵੀ ਬਣਨਾ ਰੋਜ਼ਾਨਾ, ਤੇ ਜਿਹੜਾ ਹੈਗਾ ਭਾਂਡੇ ਵਗੈਰਾ ਉਹਦਾ ਕਿਵੇਂ? ਰਾਸ਼ਨ ਜਿਹੜਾ ਹੈਗਾ ਉਹ ਸਾਨੂੰ ਪਤਾ ਆ ਵੀ ਸਾਨੂੰ ਲੋੜ ਪੈਣੀ ਆ ਰਾਸ਼ਨ ਦੀ। ਉਹਦੇ ਵਾਸਤੇ ਅਸੀਂ ਇੱਕ ਬਲਾਕ ਦੇ ਵਿੱਚ ਜਿੰਨੀਆਂ ਵੀ ਟਰਾਲੀਆਂ ਹੋਣਗੀਆਂ ਉਹਦੇ ਵਾਸਤੇ ਇੱਕ ਟਰਾਲੀ ਰਾਸ਼ਨ ਦੀ, ਇੱਕ ਟਰਾਲੀ ਜਿਹੜੀ ਭਾਂਡਿਆਂ ਦੀ, ਬਕਾਇਦਾ ਤੌਰ ਤੇ ਜਿਹੜੇ ਸਾਡੇ ਖਾਣ ਪੀਣ ਦਾ ਵੀ ਸਮਾਨ ਹੋਵੇਗਾ ਉਹ ਸਾਰਾ ਕੁਝ ਅਸੀਂ ਰੱਖ ਕੇ ਲੈ ਕੇ ਜਾਵਾਂਗੇ। ਔਰ ਜਿੱਥੇ ਵੀ ਲੋੜ ਪਈ ਨਾਲ ਅਸੀਂ ਬਣਾਉਣ ਵਾਲਾ ਵੀ ਜਿਹੜਾ ਲੈ ਕੇ ਜਾਵਾਂਗੇ, ਉਹਦੇ ਨਾਲ ਆਪਣਾ ਸਹਿਯੋਗ ਵੀ ਕਰਾਂਗੇ। ਤੇ ਜਿੱਥੇ ਵੀ ਲੋੜ ਪਈ ਅਸੀਂ ਆਪਣੇ ਤੌਰ ਤੇ ਆਪਣੇ ਰਾਸ਼ਨ ਦੇ ਨਾਲ, ਆਪਣੇ ਭਾਂਡਿਆਂ ਦੇ ਨਾਲ, ਆਪਣੀ ਭੱਠੀਆਂ ਦੇ ਨਾਲ ਰਾਸ਼ਨ ਬਣਾਵਾਂਗੇ। ਤੇ ਨਾਲ ਸਰਕਾਰ ਦੇ ਨਾਲ ਇਹਨੂੰ ਜਿੱਦਾਂ ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਜੀ ਹੋਰੀ ਬਾਰੇ ਕਿਹਾ ਸੀਗਾ, ਕਹਿੰਦਾ ਇੱਕ ਮੁੱਠ ਛੋਲਿਆਂ ਦੀ ਖਾ ਕੇ ਕੂਰ ਦੇਖੇ ਖਾਲਸਾ ਮੌਤਵਾਲ ਦੇਖੇ ਮੇਰਾ ਖਾਲਸਾ। ਇਸ ਤਰ੍ਹਾਂ ਦੇ ਨਾਲ ਅਸੀਂ ਜਿਹੜੀ ਹੈ ਨੰਗੇ ਧੜ ਜਿੱਦਾਂ ਕਹਿੰਦੇ ਹੁੰਦੇ ਇਹ ਲੜਾਈ ਲੜਾਂਗੇ ਔਰ ਧੁਰ ਤੱਕ ਲੈ ਕੇ ਜਾਵਾਂਗੇ, ਸਰਤੋੜ ਚ ਲੜਾਂਗੇ ਔਰ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਜਦੋਂ ਤੱਕ ਇਹ ਸਰਕਾਰ ਸਾਡੀਆਂ ਗੱਲਾਂ ਨੂੰ ਮੰਨਦੀ ਨਹੀਂ ਉਦੋਂ ਤੱਕ ਕਿਸਾਨ ਵੀ ਜਿਹੜੇ ਮੁੜ ਕੇ ਘਰੀ ਨਹੀਂ ਬਣਨਗੇ। ਰੋਪੜ 'ਚ ਜਿਹੜੀਆਂ ਇੱਥੇ ਧਰਨਾ ਚੱਲ ਰਿਹਾ, ਕਿੰਨੀਆਂ ਜਥੇਬੰਦੀਆਂ ਇਹਦੇ 'ਚ ਸ਼ਾਮਲ ਆ? ਸਾਡਾ ਇੱਥੇ ਰੋਪੜ ਦੇ ਵਿੱਚ 7 ਜਥੇਬੰਦੀਆਂ ਆ ਜਿਹੜੀਆਂ ਬਕਾਇਦਾ ਤੌਰ ਤੇ ਸਾਰੀਆਂ ਸਨਮਾਨਯੋਗ ਹੈ, ਸਾਰਿਆਂ ਦੇ ਲੀਡਰ ਸਿਆਣੇ ਹੈ। ਸਾਰਿਆਂ ਨੇ ਜਿਹੜਾ ਧਰਨਾ ਟਰੈਕਾਂ ਤੇ ਪਹਿਲਾਂ 1 ਅਕਤੂਬਰ ਤੋਂ ਲਾ ਕੇ ਫਿਰ ਸਟੇਸ਼ਨਾਂ ਤੇ ਫਿਰ ਜਿਹੜਾ ਹੈਗਾ ਟੋਲ ਪਲਾਜ਼ਿਆਂ ਤੇ 7 ਜਥੇਬੰਦੀਆਂ ਵੱਲੋਂ ਜਿਹੜੀ ਕਿੰਨੀ ਡਿਊਟੀ ਲੱਗੀ, ਕਿੰਨੇ ਬੰਦੇ ਲੈ ਕੇ ਜਾਣੇ ਆ, ਇਦਾਂ ਕੋਈ ਵੰਡਿਆ ਗਿਆ ਮੀਟਿੰਗ ਦੇ? ਉਹ ਹਜੇ ਅਸੀਂ ਤਿਆਰੀ ਕਰ ਰਹੇ ਹਾਂ। ਉਹਦੀ 24 ਨੂੰ 3 ਵਜੇ ਮੀਟਿੰਗ ਕਰਨੀ ਅਸੀਂ ਇੱਥੇ, ਉਦੋਂ ਫੈਸਲਾ ਸਾਡਾ ਹੋਊਗਾ ਸਾਰਾ ਕਿ ਕਿੰਨੇ ਆ ਰਹੇ। ਫੈਸਲਾ ਤਾਂ ਹੋ ਗਿਆ, ਵੱਧ ਤੇ ਵੱਧ ਕਰਨੇ ਆ, ਪਰ ਉਦੋਂ ਲੇਖਾ ਜੋਖਾ ਹੋਊਗਾ ਕਿ ਕਿੰਨਾ ਕੁ ਹੋ ਰਿਹਾ ਉਹ। ਬਿਲਕੁਲ ਸਰ, ਕੀ ਨਾਮ ਜੀ? ਚਰਨ ਸਿੰਘ ਮੁੰਡੀਆਂ। ਜਿਵੇਂ ਕਿ ਦੱਸਿਆ ਕਿ ਪਤਾ ਨਹੀਂ ਕਿੰਨਾ ਲੰਬਾ ਚੱਲਣਾ ਸੰਘਰਸ਼, ਜਿਹੜੇ ਬਜ਼ੁਰਗ ਵੀ ਹੈਗੇ ਆ, ਠੰਡ ਦਾ ਸਮਾਂ, ਦਵਾਈ ਕੁੱਟੀ ਦੀ ਵੀ ਲੋੜ ਆ, ਉਹ ਕਿੱਦਾਂ ਇੰਤਜ਼ਾਮ ਕਰਕੇ ਜਾ ਰਹੇ ਤੁਸੀਂ ਸਾਰੇ? ਉਹ ਨਾਲ ਕਰਕੇ ਜਾਵਾਂਗੇ ਜ਼ਰੂਰ, ਕਿਉਂਕਿ ਸਾਡਾ ਪਹਿਲਾ ਮੋਰਚਾ ਨਹੀਂ ਇਹੋ ਜਿਹਾ। ਅਸੀਂ ਪਹਿਲਾਂ ਵੀ ਇਹੋ ਜਿਹੇ ਸੰਘਰਸ਼ ਕੀਤੇ ਆ। ਖੈੜ ਧਰਨਾ ਲਾਇਆ ਸੀਗਾ, 14 ਦਿਨ ਧਰਨਾ ਚੱਲਿਆ ਸਾਡਾ, ਤੇ ਅਸੀਂ ਰਾਸ਼ਨ ਵੀ ਆਪਣਾ ਨਾਲ ਲੈ ਕੇ ਜਾਣਾ ਔਰ ਦਵਾਈ ਬੂਟੀ ਦਾ ਇੰਤਜ਼ਾਮ ਵੀ ਕਰਕੇ ਜਾਣਾ। ਬਾਕੀ ਸ਼ਾਇਦ ਗੱਡੀਆਂ ਵੀ ਰੱਖ ਲਾਂਗੇ ਥੋੜ੍ਹੀਆਂ ਬਹੁਤੀਆਂ ਨਾਲ, ਜੇ ਐਮਰਜੈਂਸੀ ਕੋਈ ਲੋੜ ਪਈ ਤਾਂ ਆਪਣੀ ਗੱਡੀਆਂ 'ਤੇ ਬੰਦਾ ਦਵਾਈ ਬੂਟੀ ਦਵਾਊਗਾ ਇੱਕ ਦੂਸਰੇ ਨੂੰ। ਵੀ ਕੋਈ ਇਹੀ ਪਰਵਾਹ ਨਹੀਂ ਸਾਨੂੰ, ਪੱਕੇ ਰਾਜੇ ਨਾਲ ਜਾ ਰਹੇ ਹਾਂ। ਕੀ ਨਾਮ ਸਰ? ਮੇਰਾ ਨਾਮ ਸਰਜੀਤ ਸਿੰਘ ਢੇਰ। ਕਿਵੇਂ ਦੇਖਦੇ ਹੋ ਕਿਸਾਨ ਲਗਾਤਾਰ ਰੁਲ ਰਿਹਾ ਤੇ ਹੁਣ 26 27 ਦੀ ਤਿਆਰੀ ਕੀਤੀ ਜਾ ਰਹੀ ਆ, ਕੀ ਲੱਗਦਾ ਜੰਗ ਜਿੱਤੀ ਜਾਊਗੀ? ਕਿਸਾਨ ਰੁਲ ਨਹੀਂ ਰਿਹਾ, ਕਿਸਾਨ ਆਪਣੇ ਹੱਕਾਂ ਲਈ ਜਾਗਰੂਕ ਹੈ ਤੇ ਉਹ ਸੰਘਰਸ਼ ਕਰ ਰਿਹਾ। ਸਰਕਾਰਾਂ ਰੋਲ ਰਹੀਆਂ ਕਿਸਾਨਾਂ ਨੂੰ ਸੜਕਾਂ ਤੇ, ਮੰਨਦੇ ਹੋ? ਇਹ ਤਾਂ ਮੰਨਦੇ ਆ ਤਾਂ ਰੋਲ ਰਹੀਆਂ, ਪਰ ਕਿਸਾਨ ਰੋਲ ਨਹੀਂ ਰਿਹਾ। ਕਿਸਾਨ ਤਾਂ ਸਗੋਂ ਨਿਕਲ ਰਿਹਾ
ਇਹ ਪਹਿਲੀ ਵਾਰੀ ਹੋ ਰਿਹਾ ਕਿ ਕਿਸਾਨ ਇੰਨਾ ਸੜਕਾਂ ਤੇ ਆ ਗਿਆ। ਸਾਡੀ 26-27 ਦੀ ਦਿੱਲੀ ਰੈਲੀ ਹੈ। ਮੋਦੀ ਸਰਕਾਰ ਜਿੰਨਾ ਮਰਜ਼ੀ ਢਿੱਲਾ ਲਵੇ ਉਹ ਰੈਲੀ ਹੋਣੀ ਹੈ, ਕਿਉਂਕਿ ਜਿਹੜੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਸਾਰੀਆਂ ਉਹਨਾਂ ਨੇ ਸੱਦਾ ਦਿੱਤਾ 26 ਤਰੀਕ ਨੂੰ ਹੜਤਾਲ ਦਾ। ਜਦੋਂ ਦਿੱਲੀ ਦੇ ਵਿੱਚ ਉਹਨਾਂ ਨੇ ਹੜਤਾਲ ਕਰਨੀ ਹੈ, ਉਹਨਾਂ ਨੇ ਜੰਤਰ ਮੰਤਰ ਇਕੱਠੇ ਹੋਣਾ ਤੇ ਕਿਸਾਨ ਵੀ ਜਿਹੜਾ ਉਧਰ ਨੂੰ ਜੰਤਰ ਮੰਤਰ ਨੂੰ ਅਸੀਂ ਜਾਊਂਗਾ। ਸਾਡੀ ਦਿੱਲੀ ਰੈਲੀ ਵੀ ਹੋਊਗੀ ਤੇ ਜਿੱਥੇ ਸਾਨੂੰ ਘੇਰਾਂਗੇ ਅਸੀਂ ਉੱਥੇ ਵੀ ਬੈਠਾਂਗੇ। ਲਾਜ਼ਮਨ ਤੌਰ ਤੇ ਜਿਹੜਾ ਕਿਸਾਨ ਉਹ ਜਿੱਤ ਪ੍ਰਾਪਤ ਕਰੇਗਾ। ਰੋਪੜ ਤੋਂ ਕਿੰਨੀ ਤਰੀਕ ਨੂੰ ਰਵਾਨਾ ਹੋਣਾ ਤੇ ਅੱਗੇ ਕੀ ਜਿਹੜਾ ਰੋਪੜ ਅਸੀਂ 25 ਸ਼ਾਮ ਨੂੰ ਰਵਾਨਾ ਹੋ ਰਹੇ, 25 ਰਾਤ ਨੂੰ ਅਸੀਂ ਫਤਿਹਗੜ੍ਹ ਸਾਹਿਬ ਪੁੱਜਣਾ। ਉੱਥੋਂ ਸਵੇਰ ਨੂੰ ਜਿਹੜਾ ਖਾਲਸੇ ਨੇ ਗਾਹਾਂ ਨੂੰ ਚੜ੍ਹਾਈ ਅਸੀਂ ਕਰਨੀ ਹੈ ਤੇ ਜਿੱਥੇ ਸਾਨੂੰ ਰੋਕਾਂਗੇ ਅਸੀਂ ਉੱਥੇ ਬੈਠਾਂਗੇ। ਹਾਲ ਦੀ ਘੜੀ ਸਾਡਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਕਿਸਾਨਾਂ ਦਾ। ਆਪਾਂ ਦਿੱਲੀ ਜਾਣਾ ਹੈ ਤੇ ਜਿੱਥੇ ਸਾਨੂੰ ਕੋਈ ਰੋਕ ਲਊਗਾ ਅਸੀਂ ਉੱਥੇ ਬੈਠ ਜਾਣਾ। ਕਿੰਨੇ ਦੇਰ ਦੇ ਧਰਨੇ ਦੀ ਤਿਆਰੀ ਕਰਕੇ ਜਾ ਰਹੇ ਰਾਸ਼ਨ ਵੰਡ ਦੀ? ਇਹ ਅਸੀਂ ਤਾਂ ਘੱਟੋ ਘੱਟ 4 ਮਹੀਨੇ ਦੀ ਤਿਆਰੀ ਹੈ ਸਾਡੀ ਰਾਸ਼ਨ ਦੀ ਹੈ। ਪਿੰਡਾਂ ਦੇ ਲੋਕਾਂ ਵੱਲੋਂ ਬੇਸਾਹ ਸਾਨੂੰ ਮਿਲ ਰਿਹਾ, ਲੋਕ ਰਾਸ਼ਨ ਵੀ ਦੇ ਰਿਹਾ। ਤੁਸੀਂ ਹੁਣ ਵੀ ਦੇਖਿਆ ਹੈ ਸ਼ਹਿਰ ਦੇ ਲੋਕ ਹੈ ਜਿਹੜੇ ਸਾਨੂੰ ਫਰੂਟ ਵੀ ਖਿਲਾ ਕੇ ਗਏ ਆ, ਸਾਡੀ ਮਾਲੀ ਮਦਦ ਵੀ ਕਰ ਰਹੇ ਆ। ਤੇ ਰਾਸ਼ਨ ਦਾ ਜਦੋਂ ਇੱਕ ਵਾਰੀ ਅਸੀਂ ਚੱਲ ਜਾਣਾ, ਰਾਸ਼ਨ ਦੀ ਸਾਨੂੰ ਕੋਈ ਘਾਟ ਨਹੀਂ ਰਹਿਣੀ। ਪੰਜਾਬ ਦਾ ਤਾਂ ਵਿਰਸਾ ਵੀ ਇਹ ਤਾਂ ਭੁੱਖਿਆਂ ਨੂੰ ਜਾ ਕੇ ਗੁਜਰਾਤ 'ਚ ਵੀ ਜੇ ਕਿਤੇ ਆਫਤਾਂ ਆਉਂਦੀ ਹੈ ਕੁਦਰਤੀ, ਬਿਹਾਰ 'ਚ ਆਉਂਦੀ ਹੈ, ਬੰਗਾਲ 'ਚ ਆਉਂਦੀ ਹੈ, ਅਸਾਮ 'ਚ ਆਉਂਦੀ ਹੈ, ਇਹ ਤਾਂ ਜਾ ਕੇ ਉੱਥੇ ਵੀ ਸੇਵਾ ਕਰਦੇ। ਪੰਜਾਬ ਦੇ ਲੋਕਾਂ ਦੀ ਸਾਡੀ ਤਾਂ ਸੇਵਾ ਕਰਨ ਨੂੰ ਕੌਣ ਨਾ ਦੇ ਦੂਗਾ। ਜੇ ਕੇਂਦਰ ਨੇ ਕਿਸਾਨ ਜਥੇਬੰਦੀ ਦੀ ਇੱਕ ਮੀਟਿੰਗ ਬੁਲਾ ਲਈ 24 ਜਾਂ 25 ਨੂੰ ਵੀ ਆ ਜਾਓ ਤੁਸੀਂ, ਉਹ ਤੋਂ ਬਾਅਦ ਟਾਈਮ ਦੇ ਦਿੱਤਾ ਵੀ ਹਫ਼ਤੇ ਬਾਅਦ ਫਿਰ ਗੱਲ ਕਰਾਂਗੇ, ਫਿਰ ਉਹ ਤੋਂ ਬਾਅਦ ਕਿਆ 25-26 ਦਾ ਜਿਹੜਾ ਖਤਮ ਕੀਤਾ ਜਾਊਗਾ? ਉਹ ਤੁਹਾਨੂੰ ਵੀ ਪਤਾ ਵੀ ਜੇ ਸਾਡੀ ਮੰਗੇ ਮੰਨ ਲਈ ਤੇ ਹੋ ਸਕਦਾ ਕਿਸਾਨਾਂ ਨੂੰ ਜਿੱਤ ਰੈਲੀਆਂ ਕਰਨੀਆਂ ਨਹੀਂ, ਜੇ ਮੰਗ ਨਾ ਮੰਨੀ ਸਿਰਫ 25-26 ਵਾਲਾ ਜਿਹੜਾ ਹੈਗਾ ਪੋਸਟਪੋਨ ਕਰਨ ਨੂੰ ਕਿਹਾ ਵੀ ਇਹ ਤੁਸੀਂ ਕਰ ਲਓ, ਅੱਗੇ ਗੱਲਬਾਤ ਕਰਾਂਗੇ। ਇਹ ਨਹੀਂ ਹੋਣੀ ਗੱਲ। ਕਿਸਾਨ ਦਾ ਮੋਦੀ ਸਰਕਾਰ ਅੱਜ ਤੱਕ ਕਿਸਾਨਾਂ ਨੂੰ ਲਾਰੇ ਲਾਉਂਦੀ ਆ ਰਹੀ, ਉਹਦੀ ਇੱਕ ਵੀ ਗੱਲ ਸੱਚੀ ਨਹੀਂ ਹੈਗੀ। ਜਿਸ ਕਰਕੇ ਕਿਸਾਨ ਜਥੇਬੰਦੀਆਂ ਸਾਡੀਆਂ 500 ਕਿਸਾਨ ਜਥੇਬੰਦੀਆਂ ਉਹ 1 ਮਿੰਟ ਦਾ ਵੀ ਯਕੀਨ ਨਹੀਂ ਕਰਨਗੀਆਂ। ਪਹਿਲਾਂ ਮੋਦੀ ਐਲਾਨ ਕਰੂੰਗਾ ਫਿਰ ਅਸੀਂ ਅਗਲਾ ਪ੍ਰੋਗਰਾਮ ਮੁਲਤਵੀ ਕਰਨਾ। ਐਲਾਨ ਇਹ ਇਦਾਂ ਨਹੀਂ ਹੈ ਵੀ ਮੀਟਿੰਗ ਬਾਅਦ ਚ ਹੋਣੀ। ਇਹ ਸਾਡਾ ਭੁਲੇਖਾ ਹੈ, ਸਾਨੂੰ ਪਹਿਲੇ ਮੋਦੀ ਤੇ ਹੈਗੇ ਆ ਤੇ ਹੁਣ ਮੋਦੀ ਨੂੰ ਲਾਜ਼ਮੀ ਤੌਰ ਤੇ ਝੁਕਣਾ ਪੈਣਾ। ਸੋ ਬਿਲਕੁਲ ਕਿਸਾਨ ਜਥੇਬੰਦੀਆਂ ਦਾ ਜਿਹੜਾ ਹੈਗਾ ਇੱਕ ਟੁੱਕ ਜਵਾਬ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਕਿਸਾਨਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਅਤੇ ਦਿੱਲੀ ਦੇ ਵਿੱਚ 26-27 ਨੂੰ ਜਿਹੜਾ ਹੈਗਾ ਜਾਣ ਦੀ ਤਿਆਰੀ ਕੀਤੀ ਗਈ ਹੈ, ਉਸ ਦੇ ਨਾਲ ਇਹਨਾਂ ਨੇ ਦੱਸਿਆ ਕਿ ਲਗਭਗ 4 ਮਹੀਨੇ ਦਾ ਰਾਸ਼ਨ ਨਾਲ ਲੈ ਕੇ ਜਾ ਰਹੀਆਂ ਕਿਸਾਨ ਜਥੇਬੰਦੀਆਂ ਤੇ ਦਿੱਲੀ ਦੀਆਂ ਜੜ੍ਹਾਂ ਹਿਲਾ ਕੇ ਜਿਹੜੀਆਂ ਹੈਗੀਆਂ ਰੱਖ ਦੇਣਗੇ। ਕਿਸਾਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਨੂੰ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਵਾਪਸ ਨਹੀਂ ਲੈਂਦੀ ਕਿਸਾਨ ਆਪਣੇ ਧਰਨੇ ਤੇ ਅੜੇ ਰਹਿਣਗੇ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।